ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ ਕਵਿਤਾ ਡਾਕਟਰ ਹਰਭਜਨ ਸਿੰਘ ਦੀ ਲਿਖੀ ਹੈ। ਉਹਨਾਂ ਨੇ ਇਸ ਕਵਿਤਾ ਰਾਹੀਂ ਸਾਨੂੰ ਦੱਸਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਉਸ ਵੇਲੇ ਇਤਿਹਾਸਕ ਘਟਨਾ ਨੂੰ ਪਿਛੋਕੜ 'ਚ ਰੱਖ ਕੇ ਕਵੀ ਨੇ ਮਨੁੱਖ ਦੇ ਦੰਭੀ ਅਤੇ ਪਖੰਡੀ ਸੁਭਾਅ ਬਾਰੇ ਕੁਝ ਵਿਅੰਗ ਕੀਤੇ ਹਨ ਅਤੇ ਆਪਣੇ ਆਪ ਨੂੰ ਉਸ ਹਾਲਤ ਵਿੱਚ ਸਾਰੀ ਸਥਿਤੀ ਦੇ ਵਿੱਚ ਕਲਪਿਤ ਕੀਤਾ ਹੈ ਕਿ ਜੇਕਰ ਉਹ ਉੱਥੇ ਉਸ ਵੇਲੇ ਕਵੀ ਹੁੰਦਾ ਤਾਂ ਉਸ ਨੂੰ ਕਿਸ ਤਰ੍ਹਾਂ ਅਨੁਭਵ ਹੁੰਦਾ ਜਦੋਂ ਪੰਜ ਪਿਆਰੇ ਸਾਜੇ ਗਏ ਸਨ ਅਤੇ ਉਸ ਵੇਲੇ ਪੰਜ ਪਿਆਰਿਆਂ ਨੇ ਕਿੰਨੀ ਹਿੰਮਤ ਕਰਕੇ ਆਪਣੇ ਆਪ ਨੂੰ ਗੁਰੂ ਸਾਹਿਬਾਨ ਦੇ ਅੱਗੇ ਪੇਸ਼ ਕੀਤਾ ਸੀ। ਤਾਂ ਇਹ ਕਵਿਤਾ ਇਤਿਹਾਸਕ ਪ੍ਰਸੰਗ ਦੇ ਨਾਲ ਨਾਲ ਅਜੋਕੇ ਦੌਰ ਵੱਲ ਵੀ ਸੰਕੇਤ ਕਰਦੀ ਹੈ ਕਿ ਸਾਡੇ ਅੰਦਰ ਕੁਰਬਾਨੀ ਦਾ ਜਜ਼ਬਾ ਨਹੀਂ ਹੈ। ਕਵੀ ਕਹਿੰਦੇ ਹਨ ਕਿ ਉਦੋਂ ਮੈਂ ਹਾਜ਼ਰ ਸਾਂ ਜਦੋਂ ਤੇਰੇ ਹੱਥ ਵਿੱਚ ਤਲਵਾਰ ਨੰਗੀ ਪਿਆਸ ਵਾਂਗੂ ਤੜਫਾਈ ਸੀ। ਲਹਿਰ ਦਾ ਸੁਲਗਦਾ ਮੇਲਾ ਜਦੋਂ ਸੁੱਕੇ ਸਰੋਵਰ ਵਾਂਗ ਗੁੰਮਸੁੰਮ ਬੁੱਝ ਗਿਆ ਸੀ। ਦੂਰ ਤੀਕ ਚੁੱਪ ਦੇ ਬੰਜਰ ਵਿਸ਼ੇ ਸਨ ਜਿਨ੍ਹਾਂ ਦੇ ਵਿੱਚ ਸਵਾਸ ਵੀ ਉੱਗਦਾ ਨਹੀਂ ਪੂਰਾ। ਤਾਂ ਇਹਦੇ 'ਚ ਕਵੀ ਨੇ ਉਸ ਸਮੇਂ ਦਾ ਦ੍ਰਿਸ਼ ਚਿੱਤਰਨ ਕੀਤਾ ਹੈ ਜਦੋਂ ਖਾਲਸਾ ਪੰਥ ਦੀ ਸਾਜਨਾ ਦੇ ਦਿਨ ਹੋਏ ਇਕੱਠ ਵਿੱਚ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕਰਨ ਲਈ ਬੈਠੀ ਹੋਈ ਸੰਗਤ ਵਿੱਚੋਂ ਸੀਸ ਦੀ ਮੰਗ ਕੀਤੀ। ਉਹਨਾਂ ਨੇ ਆਪਣੀ ਤਲਵਾਰ ਹਵਾ ਵਿੱਚ ਲਹਿਰਾਈ ਅਤੇ ਬਹਾਦਰ ਮਨੁੱਖ ਦੇ ਸੀਸ ਦੀ ਮੰਗ ਕੀਤੀ ਜੋ ਕੌਮ ਜਾਂ ਦੇਸ਼ ਦੇ ਕੰਮ ਆ ਸਕਦਾ ਹੈ। ਸਾਰੀ ਸੰਗਤ ਵਿੱਚ ਸੁੱਕੇ ਹੋਏ ਸਰੋਵਰ ਵਾਂਗ ਚੁੱਪ ਛਾ ਗਈ, ਇੰਨੀ ਚੁੱਪ ਕਿ ਕਿਸੇ ਦੇ ਸਾਹ ਦੀ ਆਵਾਜ਼ ਵੀ ਸੁਣਾਈ ਨਹੀਂ ਸੀ ਦਿੰਦੀ। ਕਵੀ ਨੇ ਲਿਸ਼ਕਦੀ ਤਲਵਾਰ ਨਾਲ ਪੈਦਾ ਹੋਏ ਸਹਿਮ ਦੀ ਗੱਲ ਕਰਦਿਆਂ ਆਪਣੇ ਆਪ ਨੂੰ ਵੀ ਉਸ ਸਥਿਤੀ ਵਿੱਚ ਬੈਠਾ ਕਲਪਿਤ ਕੀਤਾ ਹੈ ਜਦੋਂ ਉਹ ਵੀ ਆਪਣੇ ਅੰਦਰ ਉਸਦੇ ਅੰਦਰ ਵੀ ਕੁਰਬਾਨੀ ਦਾ ਜਜ਼ਬਾ ਨਹੀਂ ਸੀ ਅਤੇ ਚੁੱਪਚਾਪ ਉਹ ਵੀ ਉਸ ਪੰਡਾਲ ਦੇ ਵਿੱਚ ਬੈਠਾ ਸੀ। ਉਦੋਂ ਹਾਜ਼ਰ ਸਾਂ ਮੈਂ ਤੇਰੇ ਮੂੰਹੋਂ ਜਦੋਂ ਇੱਕ ਬੋਲਦਾ ਟੁਕੜਾ ਸੁਲਗਦੀ ਲਾਟ ਵਾਂਗੂ ਨਿਕਲਿਆ ਸੀ। ਸੀਸ ਜਿਸ ਦੇ ਪਾਸ ਹੈ ਹਾਜ਼ਰ ਕਰੇ, ਉਦੋਂ ਬੇਸੀਸ ਬੰਦੇ ਵਾਂਗ ਮੇਰੀ ਹਾਜ਼ਰੀ ਸੀ। ਮੇਰੇ ਸੀਨੇ 'ਚੋਂ ਮੇਰੀ ਜਾਨ ਅਚੇਤੀ ਲਹਿਰ ਵਾਂਗੂ ਤਰਬਕ ਕੇ ਉੱਠੀ ਅਤੇ ਫਿਰ ਡੀਕੀ ਨਦੀ ਦੀ ਲਹਿਰ ਵਾਂਗੂ ਸੌਂ ਗਈ। ਕਵੀ ਉਸ ਸਮੇਂ ਦੇ ਦ੍ਰਿਸ਼ ਦੀ ਕਲਪਨਾ ਕਰਦਾ ਹੈ ਜਦੋਂ ਖਾਲਸਾ ਪੰਥ ਦੀ ਸਾਜਨਾ ਸਮੇਂ ਗੁਰੂ ਦੇ ਇਕੱਠੇ ਹੋਏ ਲੋਕਾਂ ਕੋਲੋਂ ਗੁਰੂ ਜੀ ਨੇ ਸੀਸ ਦੀ ਮੰਗ ਕੀਤੀ ਸੀ। ਕਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਾ ਬੀਤੇ ਵਕਤ 'ਚ ਗਵਾਚ ਜਾਂਦਾ ਹੈ ਕਿ ਉਦੋਂ ਜਦੋਂ ਗੁਰੂ ਨੇ ਸੀਸ ਦੀ ਮੰਗ ਕੀਤੀ ਸੀ ਤਾਂ ਕਵੀ ਦੀ ਹਾਲਤ ਕਾਇਰ ਮਨੁੱਖ ਵਰਗੀ ਹੋ ਗਈ ਸੀ ਜਿਸ ਦੇ ਧੜ 'ਤੇ ਸਿਰ ਨਹੀਂ ਹੈ, ਅਰਥਾਤ ਜਿਸ ਕੋਲ ਧੜ ਤਾਂ ਹੈ ਪਰ ਕੁਰਬਾਨੀ ਦੇ ਜਜ਼ਬੇ ਵਾਲਾ ਸਿਰ ਨਹੀਂ ਹੈ। ਅਜਿਹੇ ਸਮੇਂ ਉਹਦੇ ਸੀਨੇ ਵਿੱਚੋਂ ਜਾਨ ਨਿਕਲ ਗਈ ਜਾਪਦੀ ਸੀ। ਉਸ ਦੇ ਸੀਨੇ ਵਿੱਚ ਡਰ ਦੀ ਲਹਿਰ ਉੱਠੀ ਜਿਵੇਂ ਕੋਈ ਨਦੀ ਵਿੱਚੋਂ ਲਹਿਰ ਉੱਠਦੀ ਹੈ ਅਤੇ ਫਿਰ ਨਦੀ ਵਿੱਚ ਸਮਾ ਜਾਂਦੀ ਹੈ। ਅਰਥਾਤ ਉਸ ਵੇਲੇ ਕਵੀ ਮਹਿਸੂਸ ਕਰਦਾ ਹੈ ਕਿ ਉਹ ਵੀ ਉਸ ਭੀੜ ਵਿੱਚ ਉਸ ਸੰਗਤ ਵਿੱਚ ਸੀ ਪਰ ਉਸ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਕਿਧਰੇ ਗਾਇਬ ਹੋ ਗਿਆ ਸੀ। ਮੈਂ ਆਪਣੇ ਆਪ ਦੀ ਇੱਕ ਲੀਕ ਆਪਣੀ ਹਾਜ਼ਰੀ ਤੋਂ ਬਿਨਾਂ ਉਦੋਂ ਕੁਝ ਵੀ ਨਹੀਂ ਸਾਂ। ਮੈਂ ਆਪਣੀ ਥਾਂ 'ਤੇ ਬੈਠਾ ਸਾਂ ਬਿਰਛ ਵਾਂਗੂ ਜਿਹਨੂੰ ਕਿਸੇ ਦੋ ਚਾਰ ਹੱਥ ਛੱਡ ਕੇ ਸਬੂਤਾ ਵੱਢ ਦਿੱਤਾ ਸੀ। ਮੇਰੇ ਉੱਪਰ ਮੇਰੀ ਆਪਣੀ ਛਾਂ ਵੀ ਕੋਈ ਨਹੀਂ ਸੀ। ਤਾਂ ਇਹਦੇ 'ਚ ਕਵੀ ਉਸ ਸਮੇਂ ਦੀ ਕਲਪਨਾ ਕਰਦਾ ਹੈ, ਉਸ ਇਕੱਠ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਜਦੋਂ ਗੁਰੂ ਨੇ ਸੀਸ ਦੀ ਮੰਗ ਕੀਤੀ ਤਾਂ ਕਵੀ ਆਪਣੀ ਹੋਂਦ ਜਾਂ ਹਸਤੀ ਨੂੰ ਇੱਕ ਲੀਕ ਵਾਂਗ ਮੰਨਦਾ ਹੈ। ਭਾਵ ਉੱਥੇ ਉਹ ਹਾਜ਼ਰ ਤਾਂ ਸੀ ਪਰ ਉਸ ਦੇ ਅੰਦਰੋਂ ਬਹਾਦਰੀ ਦਾ ਜਜ਼ਬਾ ਗੈਰ ਹਾਜ਼ਰ ਸੀ। ਕਵੀ ਆਪਣੀ ਤੁਲਨਾ ਉਸ ਰੁੱਖ ਨਾਲ ਕਰਦਾ ਹੈ ਜਿਸ ਨੂੰ ਕਿਸੇ ਨੇ ਅੱਧ ਵਿਚਾਲਿਓਂ ਵੱਢ ਦਿੱਤਾ ਹੋਵੇ, ਕੇਵਲ ਉਸ ਦਾ ਟੁੰਡ ਹੀ ਰਹਿ ਗਿਆ ਹੋਵੇ। ਭਾਵ ਉਸ ਨੂੰ ਲੱਗਦਾ ਸੀ ਉਹ ਸਿਰਫ ਇੱਕ ਮਨੁੱਖ ਹੈ, ਉਸ ਦੇ ਅੰਦਰ ਇਨਸਾਨੀਅਤ ਨਹੀਂ ਹੈ। ਉਹ ਉਹਨਾਂ ਲੋਕਾਂ 'ਚ ਆਪਣੇ ਆਪ ਨੂੰ ਬੈਠਾ ਹੋਇਆ ਪਿੱਛੇ ਕਲਪਨਾ ਕਰਦਾ ਹੈ ਕਿ ਜੇ ਉਹ ਉੱਥੇ ਹੁੰਦਾ ਤਾਂ ਉਸ ਨੂੰ ਕਿਸ ਤਰ੍ਹਾਂ ਮਹਿਸੂਸ ਹੋਣਾ ਸੀ। ਉਸ ਨੂੰ ਆਪਣਾ ਆਪ ਅਧੂਰਾ ਜਾਪਦਾ ਸੀ। ਕਵੀ ਵਾਸਤੇ ਅਜਿਹੀ ਸਥਿਤੀਹੀਣਤਾ ਵਾਲੀ ਅਤੇ ਸ਼ਰਮਨਾਕ ਸੀ। ਫਿਰ ਕਵੀ ਕਹਿੰਦਾ ਉਦੋਂ ਮੈਂ ਹਾਜ਼ਰ ਸਾਂ ਜਦੋਂ ਤੇਰੀ ਤੱਕਣੀ ਸ਼ਿਲਤੀ ਕਿਰਨ ਵਾਂਗੂ ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ। ਮੇਰੇ ਅੰਦਰ ਜੋ ਇੱਕ ਸੂਰਜ ਜਿਹਾ ਤੂੰ ਬਾਲ ਧਰਿਆ ਸੀ ਉਹਦੇ ਚਾਨਣ 'ਚ ਮੇਰੀ ਹਉਂ ਵਿਆਕਲ ਸੀ। ਮੈਂ ਆਪਣੇ ਆਪ ਨੂੰ ਪੁੱਛਦਾ ਪਿਆ ਸਾਂ ਮੇਰੇ ਧੜ 'ਤੇ ਮੇਰਾ ਸਿਰ ਹੈ ਜਾਂ ਸਿਰ ਦਾ ਦੰਭ ਹੈ। ਹੁਣ ਫਿਰ ਉਹ ਕਵੀ ਉਸ ਸਥਿਤੀ ਦੀ ਗੱਲ ਕਰਦਾ ਹੈ
ਕਿ ਉਦੋਂ ਕਵੀ ਨੂੰ ਆਪਣਾ ਆਪ ਅਜਨਬੀ ਲੱਗਦਾ ਸੀ। ਮੈਂ ਗੁਰੂ ਦਰਬਾਰ 'ਚ ਬੈਠਾ ਪੁਰਖ ਹਾਂ। ਕਵੀ ਕਹਿੰਦਾ ਕਿ ਇਹਨਾਂ ਸਤਰਾਂ 'ਚ ਕਵੀ ਕਹਿੰਦਾ ਹੈ ਉਦੋਂ ਹਾਜ਼ਰ ਸੀ ਜਦੋਂ ਖਾਲਸਾ ਪੰਥ ਦੀ ਸਾਜਨਾ ਵੇਲ ਵਾਲੇ ਦਿਨ ਗੁਰੂ ਜੀ ਨੇ ਆਪਣੇ ਸੂਰਜ ਦੀ ਤੇਜ਼ ਰੋਸ਼ਨੀ ਵਰਗੀ ਨਜ਼ਰ ਨਾਲ ਉਸ ਵੱਲ ਵੇਖਿਆ ਸੀ ਅਤੇ ਕਵੀ ਦੀ ਸ਼ਖਸੀਅਤ ਵਿਚਲੇ ਕਮਜ਼ੋਰ ਜਜ਼ਬਿਆਂ ਨੂੰ ਪ੍ਰਗਟ ਕਰਦੀ ਸੋਚ ਪੈਦਾ ਹੋਈ ਅਤੇ ਕਵੀ ਅੰਦਰ ਅਜਿਹੇ ਭਾਵ ਪੈਦਾ ਹੋਏ ਕਿ ਕਵੀ ਆਪਣੇ ਮਨ ਵਿੱਚ ਗੁਆਚ ਗਿਆ, ਉਦਾਸ ਅਤੇ ਨਿਰਾਸ਼ ਹੋ ਗਿਆ। ਭਾਵ ਕਵੀ ਨੂੰ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਦੇ ਚਿਹਰੇ 'ਤੇ ਜੋ ਜਲਾਓ ਸੀ, ਜੋ ਨੂਰ ਸੀ, ਕਵੀ ਉਸ ਦਾ ਸਾਹਮਣਾ ਨਹੀਂ ਕਰ ਸਕਦਾ ਸੀ ਜੇਕਰ ਉਸ ਭੀੜ ਵਿੱਚ, ਉਸ ਸੰਗਤ ਵਿੱਚ ਉਹ ਬੈਠਾ ਹੁੰਦਾ, ਕਿਉਂਕਿ ਉਸ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਨਹੀਂ ਸੀ। ਕਵੀ ਆਪਣੇ ਆਪ ਨੂੰ ਪ੍ਰਸ਼ਨ ਕਰਦਾ ਹੈ ਕਿ ਉਸ ਦੇ ਧੜ 'ਤੇ ਸੀਸ ਸੀ ਜਾਂ ਸੀਸ ਦਾ ਪਖੰਡ ਸੀ। ਕਵੀ ਉਦੋਂ ਬਹੁਤ ਡਰ ਜਾਂਦਾ ਹੈ ਜਦੋਂ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਗੁਰੂ ਨੇ ਪੰਜ ਪਿਆਰੇ ਸਾਜਣ ਲਈ ਦੂਜੀ ਵਾਰ ਸੀਸ ਮੰਗਿਆ ਸੀ। ਕਵੀ ਮਹਿਸੂਸ ਕਰਦਾ ਹੈ ਕਿ ਉਸ ਦੇ ਧੜ 'ਤੇ ਅਜਿਹਾ ਸਿਰ ਹੈ ਜੋ ਵਿਖਾਇਆ ਜਾ ਸਕਦਾ ਹੈ ਪਰ ਕਿਸੇ ਦੇ ਕੰਮ ਨਹੀਂ ਆ ਸਕਦਾ। ਅਰਥਾਤ ਅਜੋਕਾ ਮਨੁੱਖ ਵੀ ਇੱਕ ਆਪਣੇ ਅੰਦਰ ਉਸ ਦਾ ਸਾਬਤ ਸਬੂਤਾ ਸਰੀਰ ਹੈ, ਸਿਰ ਹੈ, ਪਰ ਉਸ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਕਿਧਰੇ ਗਾਇਬ ਹੈ। ਅਤੇ ਕਵੀ ਨੂੰ ਵੀ ਇੰਝ ਲੱਗਦਾ ਹੈ ਕਿ ਉਦੋਂ ਹਾਜ਼ਰ ਸੀ ਗੁਰੂ ਦੇ ਦਰਬਾਰ ਵਿੱਚ, ਪਰ ਉਹ ਆਪਣਾ ਸੀਸ ਨਹੀਂ ਗੁਰੂ ਨੂੰ ਦੇਣ ਦੇ ਜੁਰਤ ਨਹੀਂ ਰੱਖਦਾ ਸੀ। ਮੈਂ ਦਰਬਾਰ ਵਿੱਚ ਬੈਠਾ ਪੁਰਖ ਸਾਂ ਜਾਂ ਨਾਰ ਹਾਂ। ਮੈਂ ਘਰੋਂ ਨਿਕਲਿਆ ਤਾਂ ਸੀ ਪਿੰਡੇ 'ਤੇ ਇੱਕ ਵਾਫਰ ਜਿਹਾ ਅੰਗ ਜੋੜ ਕੇ, ਪਰ ਭਰੇ ਚਾਨਣ ਭਰੇ ਬਾਜ਼ਾਰ ਸਭ ਦੇ ਸਾਹਮਣੇ ਅੰਗ ਭੁਰਿਆ ਨਾਰ ਦਾ ਬੁੱਚਾ ਅਸਲ ਸਭ 'ਤੇ ਉਜਾਗਰ ਹੋ ਗਿਆ। ਮੈਨੂੰ ਹੁਣ ਇੱਕ ਆਪਣੀ ਹਾਜ਼ਰੀ ਹੀ ਭਾਰ ਲੱਗਦੀ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਦੋਂ ਖਾਲਸਾ ਪੰਥ ਦੀ ਸਿਰਜਣਾ ਦਿਹਾੜੇ ਕਵੀ ਕਲਪਨਾ ਕਰਦਾ ਹੈ ਕਿ ਉਸ ਇਕੱਠ ਵਿੱਚ ਸ਼ਾਮਲ ਸੀ ਜਦੋਂ ਗੁਰੂ ਨੇ ਆਪਣੀ ਲਿਸ਼ਕਦੀ ਅਤੇ ਪ੍ਰਭਾਵਸ਼ਾਲੀ ਤੱਕਣੀ ਨਾਲ ਉਸ ਦੇ ਅੰਦਰਲੇ ਹੀਣਤਾ ਨੂੰ ਪਛਾਣ ਲਿਆ ਸੀ ਅਤੇ ਉਸ ਵੇਲੇ ਕਵੀ ਆਪਣੇ ਆਪ ਨੂੰ ਅਜਨਬੀ ਮਹਿਸੂਸ ਕਰਦਾ ਹੈ ਅਤੇ ਕਵੀ ਨੂੰ ਇੰਝ ਲੱਗਦਾ ਹੈ ਜਿਵੇਂ ਉਹ ਗੁਰੂ ਦਰਬਾਰ ਵਿੱਚ ਬੈਠਾ ਅਜਿਹੀ ਔਰਤ ਵਰਗਾ ਉਸ ਦਾ ਰੂਪ ਸੀ ਜੋ ਘਰੋਂ ਸੱਜ ਧੱਜ ਕੇ ਬਾਜ਼ਾਰ ਗਈ, ਪਰ ਬਾਜ਼ਾਰ ਵਿੱਚ ਸਭ ਦੇ ਸਾਹਮਣੇ ਉਸ ਦੀ ਫੋਕੀ ਸੁੰਦਰਤਾ ਦਾ ਰਾਜ ਖੁੱਲ੍ਹ ਗਿਆ। ਭਾਵ ਉਸ ਦੀ ਬਨਾਵਟ ਸਾਹਮਣੇ ਆ ਗਈ। ਅਜਿਹੀ ਸਥਿਤੀ ਵਿੱਚ ਕਵੀ ਨੂੰ ਵੀ ਇੰਝ ਲੱਗਦਾ ਸੀ ਕਿ ਉਹ ਘਰੋਂ ਤਾਂ ਬੜਾ ਸੱਜ ਧੱਜ ਕੇ ਕਿਸੇ ਧਾਰਮਿਕ ਜਲਸੇ 'ਚ ਗਿਆ ਹੈ, ਪਰ ਉੱਥੇ ਜਾ ਕੇ ਉਸ ਦੇ ਅੰਦਰ ਜੋ ਧਰਮ ਲਈ ਕੁਰਬਾਨੀ ਦਾ ਜਜ਼ਬਾ ਹੈ ਉਹ ਨਾ ਹੋਣ ਕਰਕੇ ਉਹਦੇ ਅੰਦਰਲਾ ਇੱਕ ਖਾਲੀਪਣ ਬਾਹਰ ਆ ਗਿਆ ਹੈ। ਉਸ ਨੂੰ ਉਸ ਭਰੇ ਪੰਡਾਲ ਵਿੱਚ ਹਾਜ਼ਰੀ ਵੀ ਬੋਝ ਲੱਗਦੀ ਸੀ ਅਤੇ ਭਰੇ ਮੇਲੇ ਦੀ ਚੁੱਪ ਸੀਸ ਵਾਲੇ ਸੀਸ ਅਰਪਣ ਵਾਸਤੇ ਤਲਵਾਰ ਦੇ ਮੁਹਤਾਜ ਨਹੀਂ ਹੁੰਦੇ। ਇਹ ਗੱਲ ਬਹੁਤ ਗੁਰੂ ਸਾਹਿਬ ਦੇ ਉਸ ਵੇਲੇ ਉਹਨੇ ਮਹਿਸੂਸ ਕੀਤੀ। ਉਹਨੂੰ ਲੱਗਿਆ ਕਿ ਕਵੀ ਨੂੰ ਇੰਝ ਲੱਗਿਆ ਕਿ ਉਹ ਭਰੇ ਮੇਲੇ ਵਿੱਚ ਹੀ ਇੱਕ ਆਪਣੇ ਆਪ ਨੂੰ ਅਧੂਰਾ ਮਹਿਸੂਸ ਕੀਤਾ। ਗੁਰੂ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ ਭਰੇ ਦਰਬਾਰ ਵਿੱਚ ਖਾਸ ਤਰ੍ਹਾਂ ਦੀ ਚੁੱਪ ਅਤੇ ਸ਼ਾਂਤੀ ਦਾ ਮਾਹੌਲ ਸੀ। ਇੱਕ ਚਮਤਕਾਰੀ ਮਨੁੱਖ ਜੋ ਕਵੀ ਦੇ ਕੋਲ ਹੀ ਬੈਠਾ ਸੀ, ਉਸਨੇ ਆਪਣੇ ਆਪ ਨੂੰ ਅਰਪਣ ਕਰ ਦਿੱਤਾ। ਭਾਵ ਗੁਰੂ ਜੀ ਤਲਵਾਰ ਵੇਖ ਕੇ ਉਹ ਡਰਿਆ ਨਹੀਂ, ਸਗੋਂ ਉਸਨੇ ਆਪਣਾ ਸੀਸ ਦੇਣ ਦੀ ਹਿੰਮਤ ਕੀਤੀ। ਇੱਕ ਪਲ ਵਾਸਤੇ ਤਾਂ ਗੁਰੂ ਜੀ ਦੀ ਤਲਵਾਰ ਵੀ ਕੰਬ ਗਈ ਸੀ। ਕਵੀ ਕਹਿੰਦਾ ਹੈ ਕਿ ਜਿਹੜੇ ਮਨੁੱਖ ਨੇ ਕੁਰਬਾਨੀ ਦੇਣੀ ਹੁੰਦੀ ਹੈ ਜਾਂ ਸੀਸ ਭੇਟ ਕਰਨਾ ਹੁੰਦਾ ਹੈ, ਉਹ ਕਦੇ ਤਲਵਾਰ ਦਾ ਮੁਹਤਾਜ ਨਹੀਂ ਹੁੰਦਾ ਅਤੇ ਤਲਵਾਰ ਤੋਂ ਨਹੀਂ ਡਰਦਾ। ਭਾਵ ਜਦੋਂ ਪਹਿਲੇ ਪਿਆਰੇ ਨੇ ਆਪਣੇ ਆਪ ਨੂੰ ਅਰਪਣ ਕੀਤਾ ਤਾਂ ਉਸ ਵੇਲੇ ਮਾਹੌਲ ਬੜਾ ਚਮਤਕਾਰੀ ਸੀ। ਚਮਤਕਾਰੀ ਨੇ ਆਪਣਾ ਸੀਸ ਸਹਿਜੇ ਟਿਕਾਇਆ ਸੀ, ਤੇਰੇ ਚਰਨੀ ਕੀਲ ਵਿੱਚ ਬੱਝਾ ਹੋਇਆ ਮੇਲਾ ਰਤਾ ਕੁਹਿਲ ਕੇ ਥਿਰ ਹੋ ਗਿਆ। ਤਾਂ ਕਵੀ ਇਸ ਕਾਵਿ ਟੋਟੇ 'ਚ ਵਰਣਨ ਕਰਦਾ ਹੈ ਜਦੋਂ ਖਾਲਸਾ ਪੰਥ ਦੀ ਸਾਜਨਾ ਸਮੇਂ ਇਕੱਠ ਹੋਇਆ ਤਾਂ ਗੁਰੂ ਨੇ ਤਲਵਾਰ ਦਿਖਾ ਕੇ ਕੁਰਬਾਨੀ ਲਈ ਸੀਸ ਦੀ ਮੰਗ ਕੀਤੀ। ਤਾਂ ਕਵੀ ਕਲਪਨਾ ਕਰਦਾ ਹੈ ਜੇ ਉਹ ਵੀ ਉੱਥੇ ਬੈਠਾ ਸੀ ਤਾਂ ਉਹ ਗੁਰੂ ਨੂੰ ਸੀਸ ਦੀ ਭੇਟਾ ਦੇਣ ਤੋਂ ਡਰਦਾ ਆਪਣਾ ਸਿਰ ਝੁਕਾ ਲੈਂਦਾ ਹੈ, ਪਰ ਉਸ ਦੇ ਨੇੜੇ ਬੈਠਾ ਇੱਕ ਬਹਾਦਰ ਮਨੁੱਖ ਆਪਣਾ ਸੀਸ ਗੁਰੂ ਨੂੰ ਭੇਟਾ ਕਰ ਦਿੰਦਾ ਹੈ ਅਤੇ ਇਹ ਚਮਤਕਾਰੀ ਮਨੁੱਖ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਟਿਕਾ ਦਿੰਦਾ ਹੈ ਅਤੇ ਇੰਝ ਜਾਪਦਾ ਜਿਵੇਂ ਅਸਮਾਨ ਵਿੱਚ ਸਵੇਰੇ ਸੂਰਜ ਆ ਕੇ ਟਿਕ ਜਾਂਦਾ ਹੈ, ਉੱਦਾਂ ਉਸ ਦਾ ਸਿਰ ਗੁਰੂ ਦੇ ਚਰਨਾਂ 'ਚ ਟਿਕ ਗਿਆ। ਕਵੀ ਆਪਣੇ ਕੋਲ ਬੈਠੇ ਅਜਿਹੇ ਬਹਾਦਰ ਅਤੇ ਮਹਾਨ ਵਿਅਕਤੀ ਵੱਲ ਵੇਖ ਕੇ ਥੋੜ੍ਹੇ ਸਮੇਂ ਲਈ ਡਰ ਗਿਆ ਅਤੇ ਉਸ ਭਰੇ ਇਕੱਠ ਵਿੱਚੋਂ ਬਾਹਰ ਜਾਣ ਬਾਰੇ ਸੋਚਣ ਲੱਗਾ ਸੀ ਕਿ ਫਿਰ ਟਿਕ ਗਿਆ। ਸਾਰੀ ਸੰਗਤ ਵਿੱਚ ਥੋੜ੍ਹੀ ਜਿਹੀ ਹਿਲਚੁਲ ਹੋਈ ਅਤੇ ਫਿਰ ਸਾਰੇ ਟਿਕ ਗਏ।
ਚੁੱਪ ਬਰੜਾਈ ਰਤਾ ਵਿੱਚ ਬਰੇਤੇ ਸੌਂ ਗਈ ਤੇ ਚਮਤਕਾਰੀ ਪੁਰਖ ਇੱਕ ਹੋਰ ਤੇ ਇੱਕ ਹੋਰ, ਇੱਕੋ ਗਗਨ ਇੱਕੋ ਸਮੇਂ ਕਈ ਸੂਰਜ ਉਦੇ ਹੋਏ ਤੇ ਮੈਂ ਬੇਸੀਸਾ ਧੀਰਿਆ। ਸ਼ੁਕਰ ਹੈ ਹੁਣ ਗੁਰੂ ਨੂੰ ਸੀਸ ਦੀ ਲੋੜ ਨਹੀਂ। ਇਸ ਇਕੱਠ ਵਿੱਚ ਜਦੋਂ ਗੁਰੂ ਨੇ ਸੀਸ ਦੀ ਮੰਗ ਕੀਤੀ ਤਾਂ ਇੱਕ ਹੋਰ ਬਹਾਦਰ ਅਤੇ ਚਮਤਕਾਰੀ ਮਨੁੱਖ ਉੱਠਿਆ। ਉਸਨੇ ਵੀ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਧਰ ਦਿੱਤਾ। ਫਿਰ ਗੁਰੂ ਜੀ ਦੀ ਮੰਗ ਅਨੁਸਾਰ ਬਹੁਤ ਸਾਰੇ ਬਹਾਦਰ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਧਰਨ ਲੱਗੇ। ਇੰਝ ਲੱਗਣ ਲੱਗਾ ਜਿਵੇਂ ਅਸਮਾਨ ਵਿੱਚ ਇੱਕੋ ਵੇਲੇ ਲੱਖਾਂ ਤਾਰੇ ਚਮਕ ਰਹੇ ਹੋਣ। ਕਵੀ ਨੂੰ ਉਹਨਾਂ ਲੋਕਾਂ ਸਾਹਮਣੇ ਇੰਝ ਮਹਿਸੂਸ ਹੋਇਆ ਜਿਵੇਂ ਉਸ ਦੇ ਧੜ 'ਤੇ ਸੀਸ ਨਹੀਂ। ਉਸਨੂੰ ਜਦੋਂ ਅਹਿਸਾਸ ਹੋਇਆ ਕਿ ਗੁਰੂ ਜੀ ਨੂੰ ਹੋਰ ਸੀਸ ਨਹੀਂ ਚਾਹੀਦਾ ਤਾਂ ਉਸਨੂੰ ਹੌਸਲਾ ਹੋ ਗਿਆ। ਕਵੀ ਆਪਣੀ ਡਾਵਾਡੋਲ ਮਾਨਸਿਕ ਸਥਿਤੀ ਦਾ ਪ੍ਰਗਟਾਵਾ ਕਰਦਾ ਹੈ ਤੇ ਜਦੋਂ ਤੂੰ ਸੀਸ ਨੂੰ ਦਸਤਾਰ ਦਾ ਸਤਿਕਾਰ ਦੇ ਕੇ, ਇੰਨਾ ਪਿਆਰ ਦੇ ਕੇ ਸਤਿਗੁਰੂ ਨੇ ਸੀਸ ਵਾਪਸ ਦੇਣਾ ਹੈ। ਕਵੀ ਕਲਪਨਾ ਕਰਦਾ ਹੈ ਕਿ ਉਸ ਸਮੇਂ ਵਿੱਚ ਪਹੁੰਚ ਜਾਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਸੀਸ ਦੀ ਮੰਗ ਕਰਨ ਉਪਰੰਤ 5 ਪਿਆਰੇ ਸਜਾ ਕੇ ਤਖਤ ਉੱਪਰ ਬਿਠਾ ਦਿੱਤੇ ਤਾਂ ਕਵੀ ਨੂੰ ਬਹੁਤ ਪਛਤਾਵਾ ਹੋਇਆ। ਜੇਕਰ ਗੁਰੂ ਨੇ ਸੀਸ ਵਾਪਸ ਕਰਕੇ ਇੰਨਾ ਮਾਣ ਸਤਿਕਾਰ ਦੇਣਾ ਸੀ ਤਾਂ ਉਸਨੇ ਗੁਰੂ ਜੀ ਦੇ ਚਰਨਾਂ 'ਚ ਆਪਣਾ ਸੀਸ ਭੇਟ ਕਿਉਂ ਨਹੀਂ ਕੀਤਾ। ਇੰਝ ਕਵੀ ਨੇ ਆਪਣੀ ਜਾਂ ਮਨੁੱਖ ਦੀ ਦੋਗਲੀ ਤੇ ਬਨਾਵਟੀ ਸੋਚ ਨੂੰ ਬਾਖੂਬੀ ਪੇਸ਼ ਕੀਤਾ ਹੈ। ਮੰਨਿਆ ਹੈ ਕਿ ਮੇਰੇ ਧੜ 'ਤੇ ਮੇਰਾ ਸੀਸ ਨਹੀਂ, ਸੀਸ ਦਾ ਪਖੰਡ ਤਾਂ ਹੈ। ਮੈਂ ਪਖੰਡ ਹੀ ਆਪਣੇ ਗੁਰੂ ਨੂੰ ਭੇਟ ਕਰਦਾ। ਇਸ ਕਾਵਿ ਟੋਟੇ 'ਚ ਕਵੀ ਲਿਖਦਾ ਹੈ ਕਿ ਖਾਲਸਾ ਪੰਥ ਦੀ ਸਾਜਨਾ ਸਮੇਂ ਗੁਰੂ ਜੀ ਨੇ ਸੀਸ ਭੇਟ ਕਰਨ ਵਾਲੇ 5 ਪਿਆਰਿਆਂ ਨੂੰ ਸਤਿਕਾਰ ਦਿੱਤਾ ਤਾਂ ਕਵੀ ਨੂੰ ਇੰਝ ਮਹਿਸੂਸ ਹੋਇਆ, ਮਤਲਬ ਕਵੀ ਕਲਪਨਾ ਕਰਦਾ ਜੇ ਉਹ ਉੱਥੇ ਹੁੰਦਾ ਤਾਂ ਉਸਨੂੰ ਇੰਝ ਮਹਿਸੂਸ ਹੋਣਾ ਸੀ ਕਿ ਉਸ ਦੇ ਧੜ 'ਤੇ ਸੀਸ ਨਹੀਂ, ਕਿਉਂਕਿ ਉਹ ਸੀਸ ਭੇਟ ਕਰਨ ਲਈ ਉੱਠਿਆ ਹੀ ਨਹੀਂ, ਸਗੋਂ ਉਸਨੇ ਸਿਰ ਝੁਕਾ ਕੇ ਸਮਾਂ ਬਤੀਤ ਕਰ ਦਿੱਤਾ ਸੀ। ਤੇ ਅੱਜ ਜਦੋਂ 5 ਪਿਆਰਿਆਂ ਨੂੰ ਸਤਿਕਾਰ ਮਿਲਿਆ ਤਾਂ ਕਵੀ ਨੂੰ ਆਪਣੀ ਹੋਂਦ ਵਿੱਚ ਉਸ ਹੱਥ ਵਾਂਗ ਇਸ ਤਰ੍ਹਾਂ ਜਾਪੀ ਜਿਸ ਤਰ੍ਹਾਂ ਉਹ ਇੱਕ ਅਜਿਹਾ ਰੁੱਖ ਸੀ ਜਿਸ ਨੂੰ 2-4 ਹੇਠਾਂ ਤੋਂ ਕਿਸੇ ਨੇ ਵੱਢ ਦਿੱਤਾ ਹੋਵੇ। ਤੇ ਕਵੀ ਨੂੰ ਇੰਝ ਲੱਗਿਆ ਜਿਵੇਂ ਆਪਣੇ ਉਸਦੇ ਧੜ ਉੱਪਰ ਸਿਰ ਨਹੀਂ, ਸਿਰ ਦਾ ਪਖੰਡ ਹੈ। ਤੇ ਕਵੀ ਨੇ ਸੋਚਦਾ ਹੈ ਕਿ ਹੁਣ ਜਦੋਂ ਗੁਰੂ ਸੀਸ ਦੀ ਮੰਗ ਕਰੇਗਾ ਉਹ ਜ਼ਰੂਰ ਸੀਸ ਦੇ ਦੇਵੇਗਾ ਤੇ ਆਪਣੇ ਪਛਤਾਵੇ ਨੂੰ ਪਲ ਭਰ ਲਈ ਭੁਲਾ ਕੇ ਹੀਣ ਭਾਵਨਾ ਤੋਂ ਉੱਪਰ ਉੱਠ ਕੇ ਜੀਵਨ ਬਿਤਾਏਗਾ। ਪਰ ਹੁਣ ਉਸ ਨੂੰ ਉਹ ਸਮਾਂ ਵਾਪਸ ਨਹੀਂ ਮਿਲਣਾ ਸੀ, ਇਹ ਕਵੀ ਨੂੰ ਇੰਝ ਲੱਗਦਾ ਹੈ। ਤੇ ਲਾਸਟ ਪੈਰੇ 'ਚ ਵੀ ਕਵੀ ਕਹਿੰਦਾ ਹੈ ਕਿ ਜੇਕਰ ਉਹ ਸਮਾਂ ਫਿਰ ਆਵੇ ਤਾਂ ਕਵੀ ਨਵੀਂ ਰੋਸ਼ਨੀ ਨਾਲ ਆਪਣਾ ਸੀਸ ਗੁਰੂ ਨੂੰ ਅਰਪ ਦੇਵੇਗਾ ਤੇ ਆਪਣੀ ਨੰਗੀ ਸੋਚ, ਆਪਣੀ ਹੀਣ ਭਾਵਨਾ ਨੂੰ ਸਦਾ ਲਈ ਖਤਮ ਕਰ ਦੇਵੇਗਾ। ਉਸ ਨੂੰ ਇੰਝ ਲੱਗਿਆ ਕਿ ਉਹ ਇੱਕ ਰੁੱਖ ਵਾਂਗ ਹੈ ਜਿਸ ਨੂੰ ਕਿਸੇ ਨੇ 2-4 ਹੱਥ ਛੱਡ ਕੇ ਵੱਢ ਦਿੱਤਾ ਸੀ। ਉਸ ਦੇ ਸਿਰ 'ਤੇ ਸੀਸ ਹੈ ਪਰ ਸੀਸ ਦਾ ਪਖੰਡ ਹੈ, ਅਰਥਾਤ ਉਸ ਦੇ ਕੋਲ ਆਪਣੀ ਕੁਰਬਾਨੀ ਦਾ ਜਜ਼ਬਾ ਨਹੀਂ ਹੈ। ਤਾਂ ਕਵੀ ਨੇ ਇਸ ਪ੍ਰਕਾਰ ਇਸ ਕਵਿਤਾ 'ਚ ਹਰਭਜਨ ਸਿੰਘ ਨੇ ਇੱਕ ਇਤਿਹਾਸਕ ਘਟਨਾ ਦਾ ਵਰਣਨ ਕੀਤਾ ਹੈ। ਜਦੋਂ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਤਾਂ ਗੁਰੂ ਜੀ ਨੇ ਕੁਰਬਾਨੀ ਕਰਨ ਵਾਲੇ ਸਿੱਖਾਂ ਦੀ ਪਰਖ ਲਈ ਖੂਨ ਨਾਲ ਭਿੱਜੀ ਤਲਵਾਰ ਦਿਖਾ ਕੇ ਸੀਸ ਦੀ ਮੰਗ ਕੀਤੀ ਸੀ। ਤਾਂ ਕਵੀ ਆਪਣੇ ਆਪ ਨੂੰ ਉਸ ਜਗ੍ਹਾ 'ਤੇ ਕਲਪਨਾ ਕਰਕੇ ਸਿਰ ਝੁਕਾ ਕੇ ਬੈਠਾ ਮਹਿਸੂਸ ਕਰਦਾ ਹੈ ਤੇ 5 ਪਿਆਰਿਆਂ ਵੱਲੋਂ, 5 ਸਿੰਘਾਂ ਵੱਲੋਂ ਵਾਰੀ-ਵਾਰੀ ਸੀਸ ਭੇਟਾ ਕਰਨ ਦਾ ਜਜ਼ਬਾ ਵੇਖ ਕੇ ਆਪਣਾ ਧੜ ਸਿਰ ਤੋਂ ਖਾਲੀ ਮਹਿਸੂਸ ਕਰਦਾ ਹੋਇਆ ਪਛਤਾਉਂਦਾ ਹੈ। ਜਦੋਂ ਗੁਰੂ ਜੀ ਨੇ ਉਹਨਾਂ ਸਿੰਘਾਂ ਨੂੰ ਸਤਿਕਾਰ ਦੇ ਕੇ ਸੰਗਤ ਵਿੱਚ ਲਿਆਂਦਾ ਤਾਂ ਕਵੀ ਮਹਿਸੂਸ ਕਰਦਾ ਹੈ ਕਿ ਉਦੋਂ ਹਾਜ਼ਰ ਹੋ ਕੇ ਵੀ ਉਹ ਗੈਰ ਹਾਜ਼ਰ